हेलो स्टूडेंट्स, आई एम सुखिंदर कौर फ्रॉम डिपार्टमेंट ऑफ इकोनॉमिक्स GGDST ਕਾਲਜ ਹਰਿਆਣਾ ਹੁਸ਼ਿਆਰਪੁਰ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਫੀਚਰਸ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ ਦੇ ਸਮੇਂ, ਆਜ਼ਾਦੀ ਦੇ ਸਮੇਂ ਅਰਥਵਿਵਸਥਾ ਦੀ ਰੂਪਰੇਖਾ ਕੀ ਸੀ। ਭਾਰਤੀ ਅਰਥਵਿਵਸਥਾ ਦੀ, ਇੰਡੀਅਨ ਇਕੋਨਮੀ ਦੀ ਰੂਪਰੇਖਾ ਕੀ ਸੀ, ਉਸ ਦੇ ਵਿੱਚ ਕੀ ਕੀ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਸੀ। ਸੁਤੰਤਰਤਾ ਸਮੇਂ ਭਾਰਤੀ ਅਰਥਵਿਵਸਥਾ ਦੀਆਂ, ਇੰਡੀਅਨ ਇਕੋਨਮੀ ਦੀਆਂ ਵਿਸ਼ੇਸ਼ਤਾਵਾਂ, ਫੀਚਰਸ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਅੰਗਰੇਜ਼ਾਂ ਨੇ ਲਗਭਗ 200 ਸਾਲ ਇੰਡੀਅਨ ਇਕੋਨਮੀ ਦੇ ਉੱਤੇ ਰਾਜ ਕੀਤਾ, ਇੰਡੀਆ ਦੇ ਉੱਤੇ ਰਾਜ ਕੀਤਾ, ਅਤੇ 15 ਅਗਸਤ 1947 ਨੂੰ ਇੰਡੀਆ ਨੂੰ ਇੰਡੀਪੈਂਡੈਂਸ ਮਿਲੀ, ਆਜ਼ਾਦ ਹੋਇਆ ਇੰਡੀਆ। ਅਤੇ ਉਸ ਸਮੇਂ ਇੰਡੀਅਨ ਇਕੋਨਮੀ ਇੱਕ ਪਿਛੜੀ ਹੋਈ ਇਕੋਨਮੀ ਸੀ, ਔਰ ਇੱਕ ਤਰ੍ਹਾਂ ਨਾਲ ਜੇ ਆਪਾਂ ਕਹੀਏ ਤਾਂ ਖੀਰੂ ਹੋਈ ਇਕੋਨਮੀ ਸੀ। ਬਹੁਤ ਜ਼ਿਆਦਾ ਗਰੀਬੀ ਇੰਡੀਅਨ ਇਕੋਨਮੀ 'ਚ ਪਾਈ ਜਾ ਰਹੀ ਸੀ। ਮੇਨ ਆਕਿਊਪੇਸ਼ਨ ਜੋ ਉਸ ਸਮੇਂ ਉਹ ਖੇਤੀਬਾੜੀ ਸੀ। ਇੰਡਸਟਰੀਅਲ ਰੈਵੋਲਿਊਸ਼ਨ ਜਿਹੜੀ ਆ ਉਹ ਇੰਡੀਆ ਦੇ ਵਿੱਚ ਨਹੀਂ ਆਈ ਸੀ। ਇੰਡਸਟਰੀ ਜਿਹੜੀ ਆ ਬਹੁਤ ਜ਼ਿਆਦਾ ਡਿਵੈਲਪ ਨਹੀਂ ਸੀ, ਕਿਉਂਕਿ ਇੰਡੀਪੈਂਡੈਂਸ ਤੋਂ ਪਹਿਲਾਂ ਜੋ ਅੰਗਰੇਜ਼ਾਂ ਦਾ ਸ਼ਾਸਨ ਸੀਗਾ, ਉਹਨਾਂ ਦਾ ਜਿਹੜਾ ਰੂਲ ਸੀ, ਉਹਦੇ ਵਿੱਚ ਉਹਨਾਂ ਦਾ ਜਿਹੜਾ ਮੇਨ ਮੋਟਿਵ ਇਹੀ ਹੁੰਦਾ ਸੀ ਕਿ ਇੰਡੀਆ ਤੋਂ ਰॉ ਮਟੀਰੀਅਲ ਜਿਹੜਾ ਉਹ ਆਪਣੇ ਇੰਗਲੈਂਡ ਨੂੰ ਭੇਜ ਲਿਆ ਜਾਵੇ, ਅਤੇ ਜਿਹੜੇ ਫਿਨਿਸ਼ਡ ਪ੍ਰੋਡਕਟਸ ਹੈਗੇ ਆ, ਬਣੇ ਹੋਏ ਪ੍ਰੋਡਕਟ ਆ, ਉਹ ਫਿਰ ਇੰਡਸਟਰੀਅਲ ਪ੍ਰੋਡਕਟਸ ਆ ਜਿਹੜੇ ਉਹ ਫਿਰ ਇੰਡੀਅਨ ਮਾਰਕੀਟ ਦੇ ਵਿੱਚ ਆ ਕੇ ਵੇਚੇ ਜਾਣ। ਅਤੇ ਇੰਡੀਆ ਦੇ ਵਿੱਚ ਇੰਡਸਟਰੀ ਨੂੰ ਡਿਵੈਲਪ ਕਰਨ ਦਾ ਉਹਨਾਂ ਦਾ ਕੋਈ ਮੋਟਿਵ ਰਿਹਾ ਨਹੀਂ, ਅਤੇ ਇੰਡੀਅਨ ਇੰਡਸਟਰੀ ਸੀ ਜਿਹੜੀ ਉਹ ਬਹੁਤ ਜ਼ਿਆਦਾ ਬੈਕਵਰਡ ਇੰਡਸਟਰੀ, ਇੱਕ ਤਰ੍ਹਾਂ ਨਾਲ ਆਪਾਂ ਕਹਿ ਲਈਏ। ਸਾਡੇ ਇੱਥੇ ਹੈਵੀ ਇੰਡਸਟਰੀ ਦੀ ਜਿਹੜੀ ਘਾਟ ਪਾਈ ਜਾਂਦੀ ਸੀ, ਬੁਨਿਆਦੀ ਇੰਡਸਟਰੀ ਦੀ ਘਾਟ ਪਾਈ ਜਾਂਦੀ ਸੀ। ਅਤੇ ਇੰਡੀਅਨ ਇਕੋਨਮੀ ਹੈ ਜਿਹੜੀ ਉਸ ਸਮੇਂ ਇੱਕ ਸਟੈਗਨੈਂਟ ਇਕੋਨਮੀ ਸੀ, ਸਥਿਰ ਇਕੋਨਮੀ ਸੀ, ਅੰਡਰ ਡਿਵੈਲਪ ਸੀ। ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਲਈਏ ਕਿ ਘਿਸੀ ਹੋਈ ਇਕੋਨਮੀ ਸੀਗੀ, ਅਤੇ ਵਿਖਰੀ ਹੋਈ ਇਕੋਨਮੀ ਵੀ ਸੀ। ਅਤੇ ਇੰਡੀਅਨ ਇਕੋਨਮੀ ਇੰਡੀਪੈਂਡੈਂਸ ਦੇ ਸਮੇਂ ਕਿਸ ਤਰ੍ਹਾਂ ਦੀ ਸੀ, ਇਸ ਨੂੰ ਐਕਸਪਲੇਨ ਕਰਨ ਦੇ ਲਈ, ਇਸ ਗੱਲ ਦੀ ਇਸ ਚੀਜ਼ ਨੂੰ ਡਿਸਕਸ ਕਰਨ ਦੇ ਲਈ ਅਸਲ ਦੇ ਵਿੱਚ ਇਸ ਨੂੰ 3 ਹਿੱਸਿਆਂ 'ਚ ਵੰਡਿਆ ਜਾਂਦਾ। ਇੱਕ ਹੈਗਾ ਇੰਡੀਪੈਂਡੈਂਸ ਦੇ ਸਮੇਂ ਨੇਚਰ ਕਿੱਦਾਂ ਦੀ ਸੀ ਇੰਡੀਅਨ ਇਕੋਨਮੀ ਦੀ। ਦੂਸਰਾ ਹੈਗਾ ਕਿ ਇੰਡੀਅਨ ਇਕੋਨਮੀ ਦੀ ਉਸ ਸਮੇਂ ਜਿਹੜੀ ਸੰਰਚਨਾ ਆ, ਜਿਹੜਾ ਸਟਰਕਚਰ ਆ, ਉਹ ਕਿਹੋ ਜਿਹਾ ਸੀ। ਤੀਸਰਾ ਹੈਗਾ ਕਿ ਉਸ ਸਮੇਂ ਇੰਡੀਅਨ ਇਕੋਨਮੀ ਦੇ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਸੀ। ਅਤੇ ਅੱਜ ਦੇ ਇਸ ਲੈਕਚਰ ਨੂੰ ਜਿਹੜਾ ਆਪਾਂ ਕਰਨ ਜਾ ਰਹੇ ਹਾਂ, ਇਹਦੇ ਵਿੱਚ ਜਿਹੜੀ ਹੈ ਫਸਟ ਜਿਹੜੀ ਆਪਾਂ ਟਾਈਪ ਕੀਤੀ ਹੈ, ਨੇਚਰ ਕਿਹੋ ਜਿਹੀ ਸੀ ਇੰਡੀਅਨ ਇਕੋਨਮੀ ਦੀ ਔਨ ਦੀ ਈਵ ਆਫ ਇੰਡੀਪੈਂਡੈਂਸ, ਇਹ ਆਪਾਂ ਕਰਾਂਗੇ। ਨੇਚਰ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ ਔਰ ਕੈਟੇਗਰਾਈਜੇਸ਼ਨ ਆਫ ਦੀ ਇੰਡੀਅਨ ਇਕੋਨਮੀ ਔਨ ਦੀ ਈਵ ਆਫ ਇੰਡੀਪੈਂਡੈਂਸ। ਸੁਤੰਤਰਤਾ ਦੇ ਸਮੇਂ ਭਾਰਤੀ ਅਰਥਵਿਵਸਥਾ ਦੀ ਪ੍ਰਕਿਰਤੀ ਜਾਂ ਉਹਦਾ ਸ਼੍ਰੇਣੀਕਰਨ, ਉਹਦੀ ਨੇਚਰ ਜਾਂ ਕੈਟੇਗਰਾਈਜੇਸ਼ਨ ਜਿਹੜੀ ਆ ਉਹ ਕਿਹੋ ਜਿਹੀ ਸੀ। ਡਾਕਟਰ ਕਰਮ ਸਿੰਘ ਗਿੱਲ ਜਿਹੜੇ ਹੈਗੇ ਆ, ਉਹਨਾਂ ਨੇ ਕਿਹਾ ਕਿ ਡਾਕਟਰ ਕਰਮ ਸਿੰਘ ਗਿੱਲ ਦੇ ਮੁਤਾਬਕ, ਉਹਨਾਂ ਦੇ ਅਨੁਸਾਰ ਇੰਡੀਅਨ ਇਕੋਨਮੀ ਇੱਕ ਅੰਡਰ ਡਿਵੈਲਪ ਇਕੋਨਮੀ ਸੀ, ਇੱਕ ਸਟੈਗਨੈਂਟ ਇਕੋਨਮੀ ਸੀ, ਇੱਕ ਕਲੋਨੀਅਲ ਇਕੋਨਮੀ ਸੀ, ਔਰ ਇੱਕ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ ਡੈਪਰੀਸ਼ੀਏਟਡ ਇਕੋਨਮੀ, ਘਿਸੀ ਹੋਈ ਇਕੋਨਮੀ ਜਿਹੜੀ ਉਹ ਵੀ ਬਣ ਗਈ। ਔਰ ਜਦੋਂ ਇੰਡੀਆ ਆਜ਼ਾਦ ਹੋਇਆ ਅਤੇ ਇਹ ਡਿਸਇੰਟੀਗ੍ਰੇਟਡ ਇਕੋਨਮੀ ਜਿਹੜੀ ਆ ਕਿ ਖੰਡਿਤ ਅਰਥ-ਵਿਵਸਥਾ ਉਹ ਬਣ ਗਈ। ਫਿਰ ਵੀ ਇੰਡੀਅਨ ਇਕੋਨਮੀ ਦੀ ਇੰਡੀਪੈਂਡੈਂਸ ਦੇ ਸਮੇਂ ਕਿਹੋ ਜਿਹੀ ਰੂਪਰੇਖਾ ਸੀ, ਕਿਹੋ ਜਿਹੀ ਨੇਚਰ ਸੀ, ਇਸ ਨੂੰ ਐਕਸਪਲੇਨ ਕਰਨ ਦੇ ਲਈ ਜਿਹੜੇ ਪੁਆਇੰਟਸ ਆ ਉਹ ਲਏ ਜਾਂਦੇ ਆ। ਸਭ ਤੋਂ ਪਹਿਲਾਂ ਇੱਕ ਅੰਡਰ ਡਿਵੈਲਪ ਇਕੋਨਮੀ ਸੀ, ਇੰਡੀਅਨ ਇਕੋਨਮੀ ਅੰਡਰ ਡਿਵੈਲਪ ਇਕੋਨਮੀ ਸੀ। ਦੂਜਾ ਕਿਹਾ ਜਾਂਦਾ ਕਿ ਇੰਡੀਅਨ ਇਕੋਨਮੀ ਸਟੈਗਨੈਂਟ ਇਕੋਨਮੀ ਸੀ। ਫਿਰ ਕਿਹਾ ਜਾਂਦਾ ਇੰਡੀਅਨ ਇਕੋਨਮੀ ਸੈਮੀ ਫਿਊਡਲ ਇਕੋਨਮੀ ਸੀ। ਫਿਰ ਕਿਹਾ ਜਾਂਦਾ ਇੰਡੀਅਨ ਇਕੋਨਮੀ ਡੈਪਰੀਸ਼ੀਏਟਡ ਇਕੋਨਮੀ ਸੀ। ਫਿਰ ਇਹ ਵੀ ਕਿਹਾ ਜਾਂਦਾ ਇੰਡੀਅਨ ਇਕੋਨਮੀ ਡਿਸਇੰਟੀਗ੍ਰੇਟਡ ਇਕੋਨਮੀ ਸੀ ਔਨ ਪਾਰਟੀਸ਼ਨ ਦੇ ਸਮੇਂ। ਕਲੋਨੀਅਲ ਇਕੋਨਮੀ ਵੀ ਕਿਹਾ ਜਾਂਦਾ, ਅਤੇ ਫਰੀਕੁਐਂਟ ਫੈਮਿਨੀਜ਼ ਜਿਹੜੇ ਬਹੁਤ ਜ਼ਿਆਦਾ ਅਕਾਲ ਉਸ ਵੇਲੇ ਇੰਡੀਅਨ ਇਕੋਨਮੀ ਦੇ ਵਿੱਚ ਪਾਏ ਜਾਂਦੇ ਸੀ, ਵਾਰ-ਵਾਰ ਆਉਂਦੇ ਸੀ, ਕਿਉਂਕਿ ਮੇਨ ਜਿਹੜਾ ਆਕਿਊਪੇਸ਼ਨ ਉਹ ਐਗਰੀਕਲਚਰ ਸੀਗਾ, ਅਤੇ ਐਗਰੀਕਲਚਰ ਟੋਟਲੀ ਜਿਹੜੀ ਡਿਪੈਂਡੈਂਸ ਐਗਰੀਕਲਚਰਲ ਸੈਕਟਰ ਦੀ ਉਹ ਨੇਚਰ ਦੇ ਉੱਤੇ ਰਹਿੰਦੀ ਹੈ। ਅਤੇ ਇਹਨੂੰ ਅਸੀਂ ਇਹਨਾਂ ਸਾਰੇ ਪੁਆਇੰਟਸ ਨੂੰ, ਇਸ ਸਾਰੀ ਗੱਲ ਨੂੰ ਆਪਾਂ ਅਲੱਗ-ਅਲੱਗ ਪੁਆਇੰਟਸ ਦੇ ਵਿੱਚ ਡਿਸਕਸ ਕਰਾਂਗੇ। ਔਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਅੰਡਰ ਡਿਵੈਲਪ ਇਕੋਨਮੀ। ਜਿਵੇਂ ਕਿ ਆਪਾਂ ਕਿਹਾ ਹੁਣੇ ਕਿ ਇਹ ਨੇਚਰ ਹੈ, ਕਿ ਨੇਚਰ ਦੇ ਵਿੱਚ ਪਹਿਲਾ ਪੁਆਇੰਟ ਇਹ ਕਿਹਾ ਜਾਂਦਾ ਕਿ ਇੰਡੀਅਨ ਇਕੋਨਮੀ ਇੱਕ ਅੰਡਰ ਡਿਵੈਲਪ ਇਕੋਨਮੀ ਸੀ। ਔਰ ਪ੍ਰੋਫੈਸਰ MP ਟਡਾਰੋ ਵੀ ਕਹਿੰਦੇ ਆ ਕਿ ਵਿਕਸਿਤ ਅਰਥ ਵਿਵਸਥਾ ਇੱਕ ਅੰਡਰ ਡਿਵੈਲਪ ਇਕੋਨਮੀ ਉਹ ਹੁੰਦੀ ਹੈ ਜਿੱਥੇ ਸਟੈਂਡਰਡ ਆਫ ਲਿਵਿੰਗ ਬਹੁਤ ਲੋ ਹੁੰਦਾ, ਜਿੱਥੇ ਗਰੀਬੀ ਬਹੁਤ ਜ਼ਿਆਦਾ ਹੁੰਦੀ ਆ,
ਜਿੱਥੇ ਪਰ ਕੈਪੀਟਾ ਇਨਕਮ ਘੱਟ ਹੁੰਦੀ ਆ, ਜਿੱਥੇ ਗਰੋਥ ਰੇਟ ਆ ਜਿਹੜਾ ਇਕਨੋਮਿਕ ਗਰੋਥ ਰੇਟ ਆ ਉਹ ਘੱਟ ਹੁੰਦਾ, ਸਟੈਂਡਰਡ ਆਫ ਲਿਵਿੰਗ ਵੀ ਘਟੀਆ ਹੁੰਦਾ, ਹੈਲਥ ਸਰਵਿਸਿਜ਼ ਨਹੀਂ ਹੁੰਦੀਆਂ, ਬਰਥ ਰੇਟ ਡੈਥ ਰੇਟ ਦੋਨੋਂ ਜ਼ਿਆਦਾ ਹੁੰਦੇ ਆ। ਅਤੇ ਇੰਡੀਅਨ ਇਕੋਨਮੀ 'ਚ ਸਾਰਾ ਕੁਛ ਪਾਇਆ ਜਾਂਦਾ ਸੀ। ਇਸ ਲਈ ਅਸੀਂ ਮੰਨਦੇ ਹਾਂ ਕਿ ਇੰਡੀਅਨ ਇਕੋਨਮੀ ਇੰਡੀਪੈਂਡੈਂਸ ਦੇ ਟਾਈਮ ਇੱਕ ਅੰਡਰ ਡਿਵੈਲਪ ਇਕੋਨਮੀ ਸੀ। ਇਸ ਲਈ ਇਹਦੇ ਵਿੱਚ ਜਿਹੜੀਆਂ ਵਿਸ਼ੇਸ਼ਤਾਵਾਂ ਉਹੀ ਹੈ ਕਿ ਲੋ ਪਰ ਕੈਪੀਟਾ ਇਨਕਮ 1947-48 ਦੇ ਵਿੱਚ ਪਰ ਕੈਪੀਟਾ ਇਨਕਮ ₹230 ਜਸਟ ₹230 ਸੀ, ਅਤੇ ਪਰ ਕੈਪੀਟਾ ਇਨਕਮ ਬਹੁਤ ਜ਼ਿਆਦਾ ਘੱਟ ਸੀ। ਖੇਤੀ ਦੀ ਪ੍ਰਧਾਨਤਾ, ਐਗਰੀਕਲਚਰਲ ਇਕੋਨਮੀ ਸੀ, ਜਿਹੜਾ ਸਾਡੀ ਮੋਰ ਦੈਨ 70% ਪਾਪੂਲੇਸ਼ਨ ਸੀ ਉਸ ਟਾਈਮ 'ਤੇ ਉਹ ਐਗਰੀਕਲਚਰ ਦੇ ਵਿੱਚ ਹੀ ਜਿਹੜੀ ਉਹ ਕੰਮ ਕਰਦੀ ਸੀ, ਐਗਰੀਕਲਚਰਲ ਸੈਕਟਰ ਦੇ ਵਿੱਚ ਹੀ ਕੰਮ ਕਰਦੀ ਸੀ। ਲੈਸ ਡਿਵੈਲਪਮੈਂਟ ਆਫ ਇੰਡਸਟਰੀਜ਼ ਬਹੁਤ ਜ਼ਿਆਦਾ ਨਹੀਂ ਸੀ। ਇਹ ਕਿਹਾ ਜਾਂਦਾ ਕਿ 1947 ਦੇ ਵਿੱਚ ਭਾਰਤ ਦੇ ਵਿੱਚ ਸੀਮੈਂਟ ਦੀ ਪ੍ਰੋਡਕਸ਼ਨ ਜਸਟ 26 ਲੱਖ ਟਨ ਸੀ, ਚੀਨੀ ਦੀ 10 ਲੱਖ ਟਨ, ਕੱਪੜੇ ਦਾ ਜਿਹੜਾ 421 ਕਰੋੜ ਵਰਗ ਮੀਟਰ ਫੈਲਿਆ ਹੋਇਆ ਸੀ ਜਸਟ, ਅਤੇ ਇੰਡੀਅਨ ਇੰਡਸਟਰੀ ਜਿਹੜੀ ਆ ਬਹੁਤ ਜ਼ਿਆਦਾ ਡਿਵੈਲਪ ਨਹੀਂ ਸੀ। ਉਸ ਤੋਂ ਬਾਅਦ ਲੈਸ ਡਿਵੈਲਪਮੈਂਟ ਆਫ ਇਨਫਰਾਸਟਰਕਚਰ, ਆਵਾਜਾਈ, ਬਿਜਲੀ, ਸੰਚਾਰ ਦੇ ਸਾਧਨ ਬਹੁਤ ਜ਼ਿਆਦਾ ਡਿਵੈਲਪ ਨਹੀਂ ਸੀ। ਸਾਡੀ ਜਿਹੜੀ ਜ਼ਿਆਦਾ ਡਿਪੈਂਡੈਂਸੀ ਉਹ ਇੰਪੋਰਟਸ ਦੇ ਉੱਤੇ ਸੀ, ਆਪਾਂ ਫੋਰਨ ਤੋਂ ਮੰਗਾਏ ਹੋਏ ਪ੍ਰੋਡਕਟਸ, ਈਵਨ ਸਾਡੀ ਸੈਨਾ ਦੇ ਲਈ ਜਿਹੜਾ ਸਾਡੇ ਡਿਫੈਂਸ ਦੇ ਵਿੱਚ ਕੰਮ ਆਉਣੇ ਪ੍ਰੋਡਕਟਸ ਆ, ਚੀਜ਼ਾਂ ਸਾਡੇ ਜਿਹੜੇ ਹਥਿਆਰ ਸਾਡੇ ਡਿਫੈਂਸ ਲਈ ਕੰਮ ਆਉਣੇ ਉਹ ਵੀ ਅਸੀਂ ਫੋਰਨ ਤੋਂ ਇੰਪੋਰਟ ਕਰਦੇ ਸੀ, ਮੰਗਵਾਉਂਦੇ ਸੀ। ਲੋ ਪਾਵਰ ਪੋਰਸ਼ਨ ਆਫ ਅਰਬਨ ਪਾਪੂਲੇਸ਼ਨ, ਜ਼ਿਆਦਾ ਜਿਹੜੀ ਇੰਡੀਅਨ ਪਾਪੂਲੇਸ਼ਨ ਆ ਇੰਡੀਪੈਂਡੈਂਸ ਦੇ ਟਾਈਮ ਉਹ ਪਿੰਡਾਂ ਦੇ ਵਿੱਚ ਰਹਿੰਦੀ ਸੀ, ਰੂਰਲ ਏਰੀਆਜ਼ ਦੇ ਵਿੱਚ ਰਹਿੰਦੀ ਸੀ, ਅਤੇ ਸ਼ਹਿਰੀ ਪਾਪੂਲੇਸ਼ਨ ਹੈ ਜਿਹੜੀ ਘੱਟ ਸੀ। ਇਲਿਟਰੇਸੀ ਬਹੁਤ ਜ਼ਿਆਦਾ ਸੀ, ਅਤੇ ਪੜ੍ਹੇ ਲਿਖੇ ਵਿਅਕਤੀਆਂ ਦੀ ਜਿਹੜੀ ਗਿਣਤੀ ਆ ਉਹ 1948 ਵਿੱਚ ਜਸਟ 18% ਸੀ, ਅਤੇ 82% ਲੋਕ ਜਿਹੜੇ ਇਲਿਟਰੇਟ ਸੀਗੇ। ਔਰ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਕਿ ਇੰਡੀਅਨ ਇਕੋਨਮੀ ਇੱਕ ਸਟੈਗਨੈਂਟ ਇਕੋਨਮੀ ਸੀ। ਸਟੈਗਨੈਂਟ ਇਕੋਨਮੀ ਇੱਕ ਤਰ੍ਹਾਂ ਨਾਲ ਆਪਾਂ ਕਹੀਏ ਤਾਂ ਖੜੀ ਹੋਈ ਇਕੋਨਮੀ ਜਿਹਨੂੰ ਆਪਾਂ ਕਹਿ ਦਿੰਦੇ ਆ। ਇਹਦੇ ਵਿੱਚ ਜਿਹੜੀ ਪਰ ਕੈਪੀਟਾ ਇਨਕਮ ਆ ਉਹ ਤਾਂ ਘੱਟ ਹੈਗੀ ਸੀ, ਜਿਹੜੀ ਨੈਸ਼ਨਲ ਇਨਕਮ ਆ ਉਹਦੇ ਵਿੱਚ ਵੀ ਬਹੁਤ ਘੱਟ ਰੇਟ 'ਤੇ ਚੇਂਜਸ ਆਉਂਦੀ ਸੀ, ਬਹੁਤ ਘੱਟ ਤਬਦੀਲੀ ਆਉਂਦੀ ਸੀ। ਔਰ ਅੰਗਰੇਜ਼ਾਂ ਨੇ ਲਗਭਗ 100 ਸਾਲ ਦੇ ਕਰੀਬ, ਅੰਗਰੇਜ਼ਾਂ ਦੇ ਸ਼ਾਸਨ ਦੇ 100 ਸਾਲ ਦੇ ਕਰੀਬ ਇਸ ਤਰ੍ਹਾਂ ਹੋਇਆ ਕਿ ਪ੍ਰਤੀ ਵਿਅਕਤੀ ਆਮਦਨ ਹੈ ਜਿਹੜੀ ਉਹਦੇ ਵਿੱਚ 0.5% ਤੱਕ ਦਾ ਜਿਹੜਾ ਵਾਧਾ ਹੋਇਆ, ਜਸਟ 0.5% ਤੱਕ ਦਾ ਵਾਧਾ। ਅਤੇ ਇਸ ਲਈ ਕਿਹਾ ਜਾਂਦਾ ਕਿ ਇੰਡੀਅਨ ਇਕੋਨਮੀ ਉਸ ਵੇਲੇ ਇੱਕ ਖੜੀ ਇਕੋਨਮੀ ਸੀ ਜਿਹਦੇ ਵਿੱਚ ਬਹੁਤ ਘੱਟ ਚੇਂਜਸ ਆਉਂਦੀਆਂ ਸੀ। ਅਤੇ ਨੈਕਸਟ ਹੈ ਸੈਮੀ ਫਿਊਡਲ ਇਕੋਨਮੀ। ਇਹ ਨਾ ਤਾਂ ਪੂਰੀ ਤਰ੍ਹਾਂ ਫਿਊਡਲ ਸੀ, ਨਾ ਪੂਰੀ ਤਰ੍ਹਾਂ ਕੈਪੀਟਲਿਸਟਿਕ ਸੀ, ਇਹ ਇੱਕ ਤਰ੍ਹਾਂ ਦੇ ਨਾਲ ਸੈਮੀ ਫਿਊਡਲ ਸੀ। ਅਸਲ ਦੇ ਵਿੱਚ ਫਿਊਡਲਿਜ਼ਮ ਕੀ ਹੁੰਦਾ? ਫਿਊਡਲਿਜ਼ਮ ਹੁੰਦਾ ਕਿ ਅੰਗਰੇਜ਼ਾਂ ਨੇ ਜ਼ਿਮੀਂਦਾਰੀ ਪ੍ਰਥਾ ਸ਼ੁਰੂ ਕਰਕੇ ਭੂਮੀ ਦੇ ਮਾਲਕਾਨਾ ਹੱਕ ਜ਼ਿਮੀਂਦਾਰਾਂ ਨੂੰ ਦੇ ਦਿੱਤੇ। ਅਸਲ ਕਾਸ਼ਤਕਾਰ ਦਾ ਭੂਮੀ 'ਤੇ ਕੋਈ ਕਾਨੂੰਨੀ ਅਧਿਕਾਰ ਰਿਹਾ ਹੀ ਨਹੀਂ, ਮਤਲਬ ਜਿਹੜਾ ਲੈਂਡ ਦੇ ਉੱਤੇ ਕੰਮ ਕਰਦਾ ਪਿਆ, ਜਿਹੜਾ ਖੇਤੀ ਕਰਦਾ ਪਿਆ, ਉਹਦਾ ਤਾਂ ਕੋਈ ਕੰਮ ਰਿਹਾ ਹੀ ਨਹੀਂ, ਉਹ ਜਸਟ ਵਰਕਰ ਦੇ ਤੌਰ 'ਤੇ ਹੋ ਗਿਆ। ਜਿਹੜੇ ਉਹਦੇ ਮਾਲਕਾਨਾ ਹੱਕ ਆ ਉਹ ਜਿਹੜੇ ਸੀਗੇ ਉਹ ਜ਼ਿਮੀਂਦਾਰਾਂ ਨੂੰ ਦੇ ਦਿੱਤੇ। ਇਸ ਨਾਲ ਜਿਹੜਾ ਭੂਮੀ ਦਾ ਕਿਰਾਇਆ ਵੱਧਦਾ ਗਿਆ ਕਿ ਜੇ ਤੁਸੀਂ ਉਹਨੂੰ ਲੈਂਡ ਨੂੰ ਯੂਜ਼ ਕਰਨਾ ਅਤੇ ਉਹਦੇ 'ਤੇ ਤੁਹਾਨੂੰ ਰੈਂਟ ਪੇ ਕਰਨਾ ਪੈਣਾ, ਉਹ ਵੱਧਦਾ ਗਿਆ। ਮਿਡਲਮੈਨ ਜਿਹੜੇ ਆ ਉਹ ਬਹੁਤ ਜ਼ਿਆਦਾ ਹੋ ਗਏ, ਅਤੇ ਉਹ ਜਿਹੜੇ ਮਿਡਲਮੈਨ ਆ ਉਹ ਕੋਈ ਮਿਹਨਤ ਨਹੀਂ ਕਰਦੇ ਅਤੇ ਕਾਫੀ ਵੱਡਾ ਸਾਰਾ ਹਿੱਸਾ ਵਿੱਚੋਂ ਲੈ ਜਾਂਦੇ ਸੀ। ਕੈਪੀਟਲਿਜ਼ਮ ਆ ਜਿਹਦੇ ਵਿੱਚ ਪੂੰਜੀਵਾਦ ਆ, ਜਿਹਦੇ ਵਿੱਚ ਬ੍ਰਿਟਿਸ਼ ਰਾਜ ਜਿਹੜਾ ਰਾਜ ਆ, ਬ੍ਰਿਟਿਸ਼ ਰਾਜ ਆ, ਉਹਨੇ ਕਈ ਖੇਤਰਾਂ 'ਚ ਪੂੰਜੀਵਾਦ ਪ੍ਰਣਾਲੀ ਵੀ ਅਪਣਾਈ ਸੀਗੀ। ਇਹਦੇ ਵਿੱਚ ਕਈ ਪੂੰਜੀ ਆਧਾਰ ਉਦਯੋਗ ਆ ਜਿਹੜੇ ਕੈਪੀਟਲਿਸਟ ਇੰਡਸਟਰੀਜ਼ ਆ, ਲਾਈਕ ਪਟਸਨ, ਕੱਪੜਾ ਇੰਡਸਟਰੀ, ਚੀਨੀ, ਕਾਗਜ਼ ਉਦਯੋਗ ਜਿਹੜੇ ਲਗਾਏ ਗਏ। ਕੈਪੀਟਲਿਸਟਿਕ ਐਗਰੀਕਲਚਰਲ ਜਿਹੜੇ ਆ ਭਾਰਤ ਦੇ ਵਿੱਚ ਖੇਤੀ ਖੇਤਰ ਵਿੱਚ ਵੀ ਪੂੰਜੀਵਾਦ ਦੇ ਚਿੰਨ੍ਹ ਪ੍ਰਗਟ ਹੋਣ ਲੱਗੇ ਸੀਗੇ। ਚਾਹ, ਕੌਫੀ, ਰਬੜ, ਇਹ ਐਗਰੀਕਲਚਰਲ ਸੈਕਟਰ ਹੈ, ਪਰ ਇਹਦੇ ਵਿੱਚ ਵੀ ਕੈਪੀਟਲਿਸਟ ਸੈਕਟਰ ਹੈ ਜਿਹੜਾ ਉਹ ਐਂਟਰ ਕਰ ਗਿਆ ਸੀ। ਪਰ ਉਹ ਪੂਰੀ ਤਰ੍ਹਾਂ ਫਿਰ ਕੈਪੀਟਲਿਸਟਿਕ ਸੈਕਟਰ ਵੀ ਨਹੀਂ ਸੀ, ਪੂਰੀ ਤਰ੍ਹਾਂ ਫਿਊਡਲਿਜ਼ਮ ਵੀ ਨਹੀਂ ਸੀ, ਇਸ ਲਈ ਇਹਨੂੰ ਸੈਮੀ ਫਿਊਡਲ ਇਕੋਨਮੀ ਕਿਹਾ ਜਾਂਦਾ। ਡੈਪਰੀਸ਼ੀਏਟਡ ਇਕੋਨਮੀ ਇੰਡੀਅਨ ਇਕੋਨਮੀ ਨੂੰ ਕਿਹਾ ਜਾਂਦਾ ਕਿ ਜਦੋਂ ਇੰਡੀਆ ਆਜ਼ਾਦ ਹੋਇਆ ਤਾਂ ਇੱਕ ਘਿਸੀ ਹੋਈ ਅਰਥ ਵਿਵਸਥਾ ਸੀ, ਕਿਉਂਕਿ ਹਰੇਕ ਅਰਥ ਵਿਵਸਥਾ ਦੇ ਵਿੱਚ ਸਾਧਨਾਂ ਦੀ ਵਰਤੋਂ ਦੇ ਨਾਲ ਉਹਨਾਂ ਦੇ ਵਿੱਚ ਘਸਾਵਟ ਵੀ ਆਉਂਦੀ ਆ, ਉਹਨਾਂ ਦੇ ਵਿੱਚ ਟੁੱਟ ਫੁੱਟ ਵੀ ਹੁੰਦੀ ਆ। ਔਰ ਲੇਕਿਨ ਜੇ ਅਰਥ ਵਿਵਸਥਾ ਵਿੱਚ ਸਾਧਨਾਂ ਦੀ ਘਸਾਵਟ ਨੂੰ ਦੂਰ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਅਰਥ ਵਿਵਸਥਾ ਵਿੱਚ ਪੂੰਜੀ ਨਿਰਮਾਣ ਦੀ ਮਾਤਰਾ ਘੱਟ ਹੋ ਜਾਂਦੀ ਹੈ, ਅਤੇ ਇੰਡੀਆ ਦੇ ਵਿੱਚ ਇਹੀ ਹੁੰਦਾ ਪਿਆ ਸੀ। ਇਸ ਕਰਕੇ ਇੰਡੀਅਨ ਇਕੋਨਮੀ ਨੂੰ ਡੈਪਰੀਸੀਏਟਡ ਇਕੋਨਮੀ, ਘਿਸੀ ਹੋਈ ਅਰਥ ਵਿਵਸਥਾ ਕਿਹਾ ਜਾਂਦਾ ਸੀ। ਔਰ ਨੈਕਸਟ ਹੈਗਾ ਜੀ ਡਿਸਇੰਟੀਗ੍ਰੇਟਡ ਇਕੋਨਮੀ ਔਰ ਇਫੈਕਟ ਆਫ ਪਾਰਟੀਸ਼ਨ ਔਨ ਦੀ ਇੰਡੀਅਨ ਇਕੋਨਮੀ। 1947 ਦੇ ਵਿੱਚ ਅੰਗਰੇਜ਼ਾਂ ਦੇ ਲਗਭਗ 200 ਸਾਲ ਰਾਜ ਕਰਨ ਤੋਂ ਬਾਅਦ ਇੰਡੀਆ ਆਜ਼ਾਦ ਹੋਇਆ, ਅਤੇ ਇੰਡੀਆ ਦੀ ਪਾਰਟੀਸ਼ਨ ਹੋ ਗਈ। ਇੱਕ ਇੰਡੀਆ ਦਾ ਹਿੱਸਾ ਬਣਿਆ ਪਾਕਿਸਤਾਨ, ਇੱਕ ਜਿਹੜਾ ਆਪਾਂ ਇੰਡੀਆ ਰਹਿ ਗਿਆ, ਅਤੇ ਉਹਦੇ ਨਾਲ ਵੀ ਇੰਡੀਅਨ ਇਕੋਨਮੀ ਨੂੰ ਕਾਫੀ ਸਾਰੀ ਲੋਸ ਆ ਜਿਹੜੀ ਹੋਈ। ਅਤੇ ਇੰਡੀਆ ਦੀ ਜਿਹੜੀ ਇੰਟੀਗ੍ਰੇਸ਼ਨ ਸੀ
ਉਹ ਖਤਮ ਹੋ ਗਈ। ਇੰਡੀਅਨ ਇਕੋਨਮੀ ਇੱਕ ਡਿਸਇੰਟੀਗ੍ਰੇਟਡ ਇਕੋਨਮੀ, ਖੰਡਿਤ ਅਰਥ ਵਿਵਸਥਾ ਹੋ ਗਈ। ਪਾਰਟੀਸ਼ਨ ਦੇ ਇੰਡੀਅਨ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਇਫੈਕਟਸ ਵੀ ਪਏ ਔਰ ਇਹਦੇ ਵਿੱਚੋਂ ਕਾਫੀ ਸਾਰੇ ਪ੍ਰਭਾਵ ਪਏ। ਸਭ ਤੋਂ ਪਹਿਲਾ ਪ੍ਰਭਾਵ ਜਿਹੜਾ ਹੈਗਾ ਉਹ ਹੈਗਾ ਫੂਡ ਪ੍ਰੋਬਲਮ। ਦੇਸ਼ ਜਦੋਂ ਆਜ਼ਾਦ ਹੋਇਆ ਦੈਨ ਉਹਦੀ ਪਾਰਟੀਸ਼ਨ ਹੋਈ, ਉਸ ਤੋਂ ਬਾਅਦ ਜਨਸੰਖਿਆ ਦਾ 82% ਅਤੇ ਏਰੀਆ ਵਾਈਜ਼ 77% ਹਿੱਸਾ ਜਿਹੜਾ ਉਹ ਇੰਡੀਆ 'ਚ ਆਇਆ, ਇੰਡੀਆ ਦੇ ਹਿੱਸੇ ਆਇਆ। ਮਤਲਬ ਪਾਰਟੀਸ਼ਨ 50-50 ਵਾਲੀ ਪਾਰਟੀਸ਼ਨ ਤਾਂ ਨਹੀਂ ਹੋਈ ਕਿ ਆਪਾਂ 50% ਪਾਰਟੀਸ਼ਨ ਕਹਿ ਲਈਏ ਕਿ ਅੱਧਾ ਹਿੱਸਾ ਪਾਕਿਸਤਾਨ ਹੋ ਗਿਆ, ਅੱਧਾ ਹਿੱਸਾ ਇੰਡੀਆ ਹੋ ਗਿਆ, ਇਸ ਤਰ੍ਹਾਂ ਨਹੀਂ ਹੋਇਆ। ਪਾਪੂਲੇਸ਼ਨ ਦਾ 82% ਹਿੱਸਾ ਅਤੇ ਏਰੀਆ ਵਾਈਜ਼ 77.5% ਹਿੱਸਾ ਉਹ ਇੰਡੀਆ ਦੇ ਹਿੱਸੇ ਆਇਆ। ਪਰ ਇਹ ਮੰਨਿਆ ਜਾਂਦਾ ਕਿ ਜਿਹੜਾ ਨੈਟ ਸੋਨ ਏਰੀਆ ਜਿਹੜਾ ਉਸ ਵੇਲੇ ਬੀਜਿਆ ਜਾਂਦਾ ਖੇਤਰ, ਕਿਉਂਕਿ ਸਾਰਾ ਏਰੀਆ ਤੁਹਾਡਾ ਫਰਟਾਈਲ ਨਹੀਂ ਹੁੰਦਾ, ਸਾਰਾ ਏਰੀਆ ਤੁਹਾਡਾ ਉਪਜਾਊ ਨਹੀਂ ਹੁੰਦਾ। ਉਹ ਜਿਹੜਾ ਨੈਟ ਸੋਨ ਏਰੀਆ ਸੀ ਉਹ 45%, ਜਿਹਦੇ ਵਿੱਚ ਸਿੰਚਾਈ ਸਹੂਲਤਾਂ ਵੀ ਸੀਗੀਆਂ, ਜਿਹਦੇ ਵਿੱਚ ਹੋਰ ਜਿਹੜੀਆਂ ਵੀ ਸਾਨੂੰ ਫੈਸਿਲਿਟੀਜ਼ ਚਾਹੀਦੀਆਂ ਜੋ ਉਸ ਵੇਲੇ ਅਵੇਲੇਬਲ ਸੀ, ਉਹ ਮੰਨਿਆ ਜਾਂਦਾ ਕਿ ਉਹ ਪੱਛਮੀ ਪਾਕਿਸਤਾਨ ਦੇ ਵਿੱਚ ਉਹ ਰਹਿ ਗਿਆ। ਅਤੇ ਇੰਡੀਆ ਦੇ ਵਿੱਚ ਕਾਫੀ ਸਾਰੀਆਂ ਫੂਡ ਗ੍ਰੇਨਸ ਦੀਆਂ ਜਿਹੜੀਆਂ ਪ੍ਰੋਬਲਮਸ ਆ, ਜਿਹੜੀ ਫੂਡ ਦੀ ਪ੍ਰੋਬਲਮ ਆ ਉਹ ਇੰਡੀਆ ਨੂੰ ਆਈ। ਉਸ ਤੋਂ ਬਾਅਦ ਸ਼ਾਰਟੇਜ ਆਫ ਰॉ ਮਟੀਰੀਅਲ, ਫਿਰ ਰॉ ਮਟੀਰੀਅਲ ਦੀ ਪ੍ਰੋਬਲਮ ਆਈ ਕਿਉਂਕਿ ਕਪਾਹ ਉਤਪੰਨ ਕਰਨ ਵਾਲਾ ਵੱਡਾ ਖੇਤਰ ਉਹ ਪੱਛਮੀ ਪਾਕਿਸਤਾਨ ਦੇ ਕੋਲ ਚਲਾ ਗਿਆ। ਜੂਟ ਪੈਦਾ ਕਰਨ ਵਾਲਾ ਵੱਡਾ ਖੇਤਰ ਉਹ ਪੂਰਬੀ ਪਾਕਿਸਤਾਨ ਦੇ ਕੋਲ ਰਹਿ ਗਿਆ, ਜਿਹੜਾ ਅੱਜ ਕੱਲ੍ਹ ਖੈਰ ਬੰਗਲਾਦੇਸ਼ ਬਣ ਗਿਆ ਹੋਇਆ। ਅਤੇ ਜ਼ਿਆਦਾ ਜੂਟ ਮਿੱਲਾਂ ਪੱਛਮੀ ਬੰਗਾਲ 'ਚ ਸੀਗੀਆਂ, ਸਿਰਫ ਜ਼ਿਆਦਾ ਸੂਤੀ ਕੱਪੜੇ ਦੀਆਂ ਮਿੱਲਾਂ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਹੀ ਸੀਗੀਆਂ। ਅਤੇ ਰॉ ਮਟੀਰੀਅਲ ਦੀ ਜਿਹੜੀ ਕਮੀ ਆਈ ਕਿ ਮੀਨਜ਼ ਜਿਹੜਾ ਤੁਹਾਡਾ ਕਪਾਹ ਪ੍ਰੋਡਿਊਸ ਕਰਨ ਵਾਲਾ ਏਰੀਆ, ਜਿਹੜਾ ਤੁਹਾਡਾ ਜੂਟ ਪ੍ਰੋਡਿਊਸ ਕਰਨ ਵਾਲਾ ਏਰੀਆ ਉਹ ਪਾਕਿਸਤਾਨ 'ਚ ਰਹਿ ਗਿਆ, ਮਿੱਲਾਂ ਤੁਹਾਡੇ ਕੋਲ। ਅਤੇ ਇਹ ਰॉ ਮਟੀਰੀਅਲ ਦੀ ਪ੍ਰੋਬਲਮ ਉਹਨਾਂ ਮਿੱਲਾਂ ਨੂੰ, ਉਹਨਾਂ ਇੰਡਸਟਰੀਜ਼ ਨੂੰ ਆਈ। ਦੈਨ ਮਾਰਕੀਟ ਲਿਮਿਟਡ ਸੀ, ਨਵੇਂ ਆਜ਼ਾਦ ਹੋਏ ਸੀ ਅਤੇ ਪਾਕਿਸਤਾਨ ਵਿੱਚੋਂ ਚਲਾ ਗਿਆ ਅਤੇ ਉਹਦੇ ਨਾਲ ਜਿਹੜੇ ਵੱਡੇ ਵਪਾਰਕ ਕੇਂਦਰ ਸੀ ਲਾਹੌਰ, ਕਰਾਚੀ, ਇਸਲਾਮਾਬਾਦ, ਸਿੰਧ, ਢਾਕਾ, ਇਹ ਪਾਕਿਸਤਾਨ 'ਚ ਰਹਿ ਗਏ। ਉਸ ਤੋਂ ਬਾਅਦ ਡਿਸਲੋਕੇਸ਼ਨ ਆਫ ਮਾਸਸ, ਬਹੁਤ ਸਾਰੇ ਲੋਕ ਸੀ ਜਿਹੜੇ ਉਸ ਵੇਲੇ ਉਹਨਾਂ ਨੂੰ ਖੰਡਿਤ ਹੋਣਾ ਪਿਆ, ਉਹਨਾਂ ਨੂੰ ਆਪਣੇ ਘਰ ਫੜ ਛੱਡ ਕੇ। ਹਿੰਦੂ ਜਿਹੜੇ ਬਹੁਤ ਸਾਰੇ ਲੋਕ ਸੀ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਏ, ਬਹੁਤ ਸਾਰੇ ਮੁਸਲਿਮ ਜਿਹੜੇ ਆ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਗਏ। ਈਵਨ ਰਿਲੀਫ ਕੈਂਪਸ ਜਿਹੜੇ ਲਗਾਏ ਗਏ, ਉਹਨਾਂ ਨੂੰ ਅਸਥਾਈ ਤੌਰ ਦੇ ਉੱਤੇ ਸਹਾਰਾ ਦੇਣ ਲਈ ਬੇਘਰ ਲੋਕਾਂ ਨੂੰ ਕੈਂਪਸ ਵੀ ਲਗਾਏ ਗਏ। ਅਤੇ ਉਹਦੇ ਨਾਲ ਜਿਹੜੀਆਂ ਸਾਡੇ ਬਹੁਤ ਸਾਰੇ ਲੋਕ ਇੱਧਰ ਤੋਂ ਉੱਧਰ ਗਏ, ਉਹਦੇ ਨਾਲ ਵੀ ਇੰਡੀਅਨ ਇਕੋਨਮੀ ਦੇ ਵਿੱਚ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ। ਬਿਨਾਂ ਸ਼ੱਕ ਸਾਡੇ ਲੋਕਾਂ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ, ਉਹਨਾਂ ਨੂੰ ਆਪਣਾ ਘਰ-ਬਾਰ, ਸਮਾਨ ਸੰਪਤੀ ਸਾਰਾ ਕੁਛ ਛੱਡਣਾ ਪਿਆ। ਉਸ ਤੋਂ ਬਾਅਦ ਬੈਡ ਇਫੈਕਟ ਔਨ ਰੇਲਵੇਜ਼ ਦੇ ਉੱਤੇ ਵੀ ਬਹੁਤ ਸਾਰਾ ਜਿਹੜਾ ਬੈਡ ਇਫੈਕਟ ਪਿਆ, ਕਿਉਂਕਿ ਰੇਲਵੇ ਲਾਈਨਸ ਤਾਂ ਪਹਿਲਾਂ ਹੀ ਪਈਆਂ ਸੀ, ਪਰ ਇਹ ਉਦੋਂ ਜਦੋਂ ਪਈਆਂ, ਜਦੋਂ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਰੇਲਵੇ ਲਾਈਨਸ ਪਾਈਆਂ ਗਈਆਂ ਅਤੇ ਇਹ ਨਹੀਂ ਸੀ ਪਤਾ ਕਿ ਇਹ ਪਾਰਟੀਸ਼ਨ ਹੋ ਜਾਏਗੀ। ਅਤੇ ਕੁਝ ਇੱਕ ਰੇਲਵੇ ਲਾਈਨਸ ਪਾਕਿਸਤਾਨ ਦੇ ਵਿੱਚ ਚਲੇ ਗਈਆਂ, ਅਤੇ ਜਿਹੜੀਆਂ ਪਾਕਿਸਤਾਨ ਦੇ ਵਿੱਚ ਰੇਲਵੇ ਲਾਈਨ ਚਲੇ ਗਈਆਂ ਉਹਨਾਂ ਨੂੰ ਫਿਰ ਰੀਆਰਗਨਾਈਜ਼, ਉਹਨਾਂ ਨੂੰ ਦੁਬਾਰਾ ਤੋਂ ਸਟੈਬਲਿਸ਼ ਕਰਨਾ ਪਿਆ, ਉਹਨਾਂ ਦਾ ਪੁਨਰ ਗਠਨ ਕਰਨਾ ਪਿਆ। ਜਿਹੜੀਆਂ ਪਾਕਿਸਤਾਨ ਦੇ ਵਿੱਚੋਂ ਹੋ ਕੇ ਆਉਂਦੀਆਂ ਸੀ ਲਾਈਨਾਂ, ਉਹਨਾਂ ਨੂੰ ਫਿਰ ਦੁਬਾਰਾ ਨਵੀਆਂ ਲਾਈਨਾਂ ਵਿਛਾਉਣੀਆਂ ਪਈਆਂ। ਉਹਨਾਂ ਦੇ ਵਿੱਚ ਬਹੁਤ ਸਾਰਾ ਟਾਈਮ ਵੀ ਲੱਗਾ ਅਤੇ ਬਹੁਤ ਸਾਰੀ ਮਨੀ ਹੈ ਜਿਹੜੀ ਬਹੁਤ ਸਾਰਾ ਪੈਸਾ ਹੈ ਜਿਹੜਾ ਉਹ ਵੀ ਯੂਜ਼ ਹੋਇਆ। ਉਸ ਤੋਂ ਬਾਅਦ ਪ੍ਰੋਬਲਮ ਆਫ ਡਿਵੀਜ਼ਨ ਆਫ ਆਊਟਸਟੈਂਡਿੰਗ ਡੈਟ। ਇੰਡੀਆ ਦੇ ਵਿੱਚ ਦੇਸ਼ ਜਦੋਂ ਆਜ਼ਾਦ ਹੋਇਆ, ਭਾਰਤ ਰਿਜ਼ਰਵ ਬੈਂਕ ਦੀਆਂ ਸੰਪਤੀਆਂ, ਜਿਸ ਦੇ ਵਿੱਚ ਮੁੱਖ ਤੌਰ 'ਤੇ ਨਗਦ, ਸੋਨਾ, ਵਿਦੇਸ਼ੀ ਪ੍ਰਤੀਭੂਤੀਆਂ, ਪਾਉਂਡ ਸਟਰਲਿੰਗ ਦੇ ਵਿੱਚ ਸ਼ਾਮਲ ਸੀ, ਦੀ ਵੰਡ ਨਿਰਧਾਰਤ ਯੋਜਨਾ ਦੇ ਅਨੁਸਾਰ ਭਾਰਤ ਵਿੱਚ ਪਾਕਿਸਤਾਨ ਵਿੱਚ ਕੀਤਾ ਗਿਆ। ਇੱਕ ਯੋਜਨਾ ਦੇ ਅਨੁਸਾਰ ਇਹ ਜੋ ਵੀ ਦਿੱਤਾ ਜਾਂਦਾ ਸੀ, ਉਹ ਇੱਕ ਯੋਜਨਾ ਦੇ ਅਨੁਸਾਰ ਉਹਦੀ ਜਿਹੜੀ ਡਿਵੀਜ਼ਨ ਆ ਉਹ ਪਾਕਿਸਤਾਨ ਨੂੰ ਵੀ ਕੀਤੀ ਗਈ। ਇਸ ਤਰ੍ਹਾਂ ਵਿਭਾਜਨ ਤੋਂ ਪਹਿਲਾਂ ਸੰਯੁਕਤ ਭਾਰਤ ਦੁਆਰਾ ਜਿਹੜੇ ਕਰਜ਼ੇ ਲਏ ਗਏ ਸੀ, ਉਹਦੀ ਵੰਡ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਇੱਕ ਯੋਜਨਾ ਦੇ ਅਨੁਸਾਰ ਹੋਈ। ਪਰ ਕਿਉਂਕਿ ਹੁਣ ਦੇਖਿਆ ਜਾਵੇ ਤਾਂ ਇੰਡੀਆ ਦੇ ਕੋਲ ਏਰੀਆ ਵੀ ਜ਼ਿਆਦਾ ਆਇਆ ਸੀ ਅਤੇ ਇੰਡੀਆ ਦੇ ਜਿਹੜੇ ਆਊਟਸਟੈਂਡਿੰਗ ਡੈਟਸ ਆ ਉਹ ਵੀ ਫਿਰ ਜ਼ਿਆਦਾ ਹੀ ਆਏ। ਡਿਸਲੋਕੇਸ਼ਨ ਆਫ ਦੀ ਇੰਡਸਟਰੀਅਲ ਯੂਨਿਟਸ ਐਂਡ ਰੈਜ਼ੀਡੈਂਸ਼ੀਅਲ ਏਰੀਆਜ਼। ਬਹੁਤੇ ਰੈਜ਼ੀਡੈਂਸ਼ੀਅਲ ਏਰੀਆਜ਼ ਜਿੱਥੇ ਲੋਕ ਰਹਿੰਦੇ ਸੀ, ਬਹੁਤ ਸਾਰੀਆਂ ਇੰਡਸਟਰੀਅਲ ਯੂਨਿਟਸ ਜਿੱਥੇ ਇੰਡਸਟਰੀ ਲੱਗੀ ਪਈ ਸੀ, ਉਹ ਜਦੋਂ ਪਾਰਟੀਸ਼ਨ ਹੋਈ ਅਤੇ ਉਹ ਪਾਕਿਸਤਾਨ ਦੇ ਹਿੱਸੇ ਆ ਗਏ। ਅਤੇ ਬਹੁਤ ਸਾਰੀਆਂ ਇੰਡਸਟਰੀਜ਼ ਇਸ ਤਰ੍ਹਾਂ ਦੀਆਂ ਵੀ ਸੀ, ਜਾਂ ਬਹੁਤ ਸਾਰਾ ਏਰੀਆ ਇਸ ਤਰ੍ਹਾਂ ਦਾ ਵੀ ਸੀ ਜਿਹੜਾ ਜਿਹਦੇ 'ਤੇ ਪਾਕਿਸਤਾਨ ਅਤੇ ਇੰਡੀਆ ਦਾ ਬਾਰਡਰ ਬਣਾਇਆ ਗਿਆ। ਅਤੇ ਇਹ ਬਾਰਡਰ ਕਾਫੀ ਵੱਡੇ ਅਤੇ ਕਾਫੀ ਲੰਬੇ ਖੇਤਰ 'ਚ ਫੈਲਿਆ ਹੋਇਆ, ਜਿਹਦੇ ਕਰਕੇ ਉਹਦੇ ਵਿੱਚ ਜਿਹੜੀ ਉੱਥੇ ਇੰਡਸਟਰੀ ਆਉਂਦੀ ਸੀ ਜਾਂ ਜੋ ਨੇੜੇ ਦੇ ਏਰੀਆਜ਼ ਖੇਤਰ ਆਉਂਦੇ ਸੀ, ਉਹਨਾਂ ਨੂੰ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਫਿਰ ਅਸਟੈਬਲਿਸ਼ ਕਰਨਾ ਪਿਆ। ਸਕੇਰਸਿਟੀ ਆਫ ਸਕਿਲਡ ਆਰਟੀਸਨਸ, ਇਹ ਵੀ ਕਿਹਾ ਜਾਂਦਾ ਕਿ ਜਿਹੜੇ ਬਹੁਤ ਜ਼ਿਆਦਾ ਸਾਡੇ ਕਾਰੀਗਰ ਸੀ, ਜਿਹਦੇ ਵਿੱਚ ਸਾਡੇ ਮੋਚੀ ਕਹਿ ਲੈਂਦੇ ਹਾਂ ਆਪਾਂ, ਜਾਂ ਹਸਤ ਸ਼ਿਲਪਕਾਰ ਕਹਿ ਲੈਂਦੇ ਹਾਂ, ਕੁਸ਼ਲ ਕਾਰੀਗਰ ਕਹਿ ਲੈਂਦੇ ਹਾਂ, ਬੁਣਕਰ ਕਹਿ ਲੈਂਦੇ ਹਾਂ, ਉਹ ਪਾਕਿਸਤਾਨੀ ਮੁਸਲਮਾਨ ਹੀ ਸੀ।
ਅਤੇ ਉਹ ਪਾਕਿਸਤਾਨ ਦੇ ਵਿੱਚ ਰਹਿ ਗਏ, ਜਿਹਦੇ ਨਾਲ ਸਾਡੇ ਸਕਿਲਡ ਆਰਟੀਸਨਸ ਦੀ ਕਮੀ ਆਈ। ਐਕਸੈਸਿਵ ਵਾਇਲੈਂਸ, ਇਹ ਵੀ ਪਤਾ ਹੈ ਆਪਾਂ ਨੂੰ ਕਿ 1947 ਦੇ ਵਿੱਚ, ਕਿਉਂਕਿ ਆ ਜਨਰੇਸ਼ਨ ਨੂੰ ਬੇਸ਼ੱਕ ਉਹ ਸਾਰਾ ਕੁਛ ਨਹੀਂ ਪਤਾ ਹੋਇਆ, ਨਹੀਂ ਪਤਾ ਹੈਗਾ ਨਵੀਂ ਜਨਰੇਸ਼ਨ ਨੂੰ ਕਿ ਕੀ ਹੋਇਆ, ਪਰ ਇਹ ਤਾਂ ਜ਼ਰੂਰ ਪਤਾ ਕਿ ਲੋਕ ਬੇਘਰ ਹੋਏ। ਇਹ ਵੀ ਪਤਾ ਕਿ ਉਸ ਵੇਲੇ ਬਹੁਤ ਜ਼ਿਆਦਾ ਮਾਰਕੁੱਟ ਹੋਈ। ਇਹ ਵੀ ਪਤਾ ਬਹੁਤ ਸਾਰੇ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ, ਸੰਪਰਦਾਇਕ ਹਿੰਸਾ ਹੋਈ, ਅਤੇ ਉਹਦੇ ਵਿੱਚ ਹਿੰਦੂ ਮੁਸਲਮਾਨ ਝਗੜੇ ਹੋਏ, ਅਤੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਲੁੱਟਿਆ ਵੀ ਗਿਆ। ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ, ਚੋਰੀਆਂ ਵੀ ਹੋਈਆਂ, ਡਾਕੇ ਵੀ ਹੋਏ, ਅਤੇ ਬਹੁਤ ਜ਼ਿਆਦਾ ਜਿਹੜੀਆਂ ਇਹ ਵਾਇਲੈਂਸ ਦੀਆਂ ਘਟਨਾਵਾਂ ਉਸ ਸਮੇਂ ਹੋਈਆਂ, ਜਿਹਦਾ ਵਾਇਲੈਂਸ ਵਰਗੀਆਂ ਘਟਨਾਵਾਂ ਦਾ ਹਰੇਕ ਇਕੋਨਮੀ ਦੇ ਉੱਤੇ ਨੈਗੇਟਿਵ ਇੰਪੈਕਟ ਪੈਂਦਾ, ਅਤੇ ਉਹ ਇੰਡੀਅਨ ਇਕੋਨਮੀ 'ਤੇ ਵੀ ਪਿਆ। ਚੇਂਜ ਇਨ ਦੀ ਕੰਪੋਜੀਸ਼ਨ ਆਫ ਫੋਰਨ ਟਰੇਡ, ਪਾਰਟੀਸ਼ਨ ਤੋਂ ਪਹਿਲਾਂ ਫੋਰਨ ਟਰੇਡ ਕੁਛ ਹੋਰ ਤਰ੍ਹਾਂ ਦਾ ਸੀ, ਅਤੇ ਪਾਰਟੀਸ਼ਨ ਤੋਂ ਬਾਅਦ ਫੋਰਨ ਟਰੇਡ ਦੇ ਵਿੱਚ ਉਹਦੀ ਕੰਪੋਜੀਸ਼ਨ ਦੇ ਵਿੱਚ, ਉਹਦੇ ਢਾਂਚੇ ਦੇ ਵਿੱਚ, ਉਹਦੇ ਸਿਸਟਮ 'ਚ, ਉਹਦੀ ਰਚਨਾ 'ਚ ਪਰਿਵਰਤਨ ਹੋਇਆ। ਕਿਉਂਕਿ ਭਾਰਤ ਜਿਹੜਾ ਆ ਉਹ ਪਾਰਟੀਸ਼ਨ ਤੋਂ ਪਹਿਲਾਂ ਕਪਾਹ, ਜੂਟ ਦਾ ਜਿਹੜਾ ਐਕਸਪੋਰਟ ਕਰਦਾ ਸੀ, ਪਰ ਬਾਅਦ ਵਿੱਚ ਸਾਨੂੰ ਇਹਨਾਂ ਚੀਜ਼ਾਂ ਦਾ ਇੰਪੋਰਟ ਕਰਨਾ ਪੈ ਗਿਆ। ਮਤਲਬ ਪਹਿਲਾਂ ਆਪਾਂ ਫੋਰਨ ਕੰਟਰੀਜ਼ ਨੂੰ ਵੇਚਦੇ ਸੀ, ਭੇਜਦੇ ਸੀ, ਪਰ ਕਿਉਂਕਿ ਇਹ ਏਰੀਆਜ਼ ਪਾਕਿਸਤਾਨ ਦੇ ਵਿੱਚ ਰਹਿ ਗਏ, ਅਤੇ ਫਿਰ ਇਹਨਾਂ ਨੂੰ ਵਾਪਸ ਮੰਗਵਾਉਣਾ ਪੈ ਗਿਆ। ਉਸ ਤੋਂ ਬਾਅਦ ਕਲੋਨੀਅਲ ਇਕੋਨਮੀ, ਨੈਕਸਟ ਜਿਹੜਾ ਫੀਚਰ ਉਸ ਵੇਲੇ ਇੰਡੀਅਨ ਇਕੋਨਮੀ ਦਾ ਸੀਗਾ, ਉਹ ਸੀਗਾ ਕਲੋਨੀਅਲ ਇਕੋਨਮੀ, ਕਿਉਂਕਿ ਇੰਡੀਆ ਇੱਕ ਕਲੋਨੀ ਸੀ ਅੰਗਰੇਜ਼ਾਂ ਦੇ ਲਈ, ਅਤੇ ਉਹਨਾਂ ਨੇ ਉਸ ਕਲੋਨੀ ਦਾ, ਸਾਡੀ ਇੰਡੀਅਨ ਇਕੋਨਮੀ ਦਾ ਜਿੰਨਾ ਵੀ ਐਕਸਪਲਾਈਟੇਸ਼ਨ ਕਰ ਸਕਦੇ ਸੀ, ਜਿੰਨਾ ਵੀ ਸ਼ੋਸ਼ਣ ਕਰ ਸਕਦੇ ਸੀ, ਉਹਨਾਂ ਨੇ ਕੀਤਾ। ਉਹਨਾਂ ਨੇ ਸਾਡੇ ਘਰੇਲੂ ਉਦਯੋਗਾਂ ਨੂੰ ਵਿਕਸਿਤ ਹੋਣ ਤੋਂ ਰੋਕਿਆ। ਉਹਨਾਂ ਦਾ ਜਿਹੜਾ ਮੁੱਖ ਉਦੇਸ਼ ਸੀਗਾ ਕਿ ਆਪਾਂ ਇੱਥੋਂ ਰॉ ਮਟੀਰੀਅਲ ਲੈ ਜਾਈਏ ਅਤੇ ਇੱਥੇ ਫਿਨਿਸ਼ਡ ਪ੍ਰੋਡਕਟਸ ਆ ਜਿਹੜੇ ਉਹ ਭੇਜੀਏ, ਅਤੇ ਉਹਦੇ ਨਾਲ ਵੀ ਇੰਡੀਆ ਦੀ ਇਕੋਨਮੀ ਨੂੰ ਕਾਫੀ ਲੋਸ ਹੋਈ। ਉਸ ਤੋਂ ਬਾਅਦ ਜਿਹੜਾ ਇੱਕ ਹੋਰ ਪ੍ਰੋਬਲਮ ਉਸ ਵੇਲੇ ਆਈ ਜਦੋਂ ਇੰਡੀਆ ਆਜ਼ਾਦ ਹੋਇਆ, ਜਾਂ ਆਉਂਦੀ ਸੀ, ਕਿ ਫਰੀਕੁਐਂਟ ਫੈਮਿਨੀਜ਼, ਲਗਾਤਾਰ ਅਕਾਲ ਪੈਂਦੇ ਰਹੇ, ਜਿਹਦੇ ਵਿੱਚ 1765 ਤੋਂ ਲੈ ਕੇ 1858 ਦੀ 12 ਸਾਲ ਦੀ ਇੱਕ ਅਕਾਲ ਦੀ ਮਿਆਦ ਆ। ਮਤਲਬ ਇੱਕ ਅਕਾਲ ਜਿਹਦੇ ਵਿੱਚ ਮੀਂਹ ਨਹੀਂ ਪਿਆ, ਜਿਹਦੇ ਵਿੱਚ, ਕਿਉਂਕਿ ਐਗਰੀਕਲਚਰਲ ਇਕੋਨਮੀ ਆ ਤੁਹਾਡੀ, ਬੇਸਿਕਲੀ ਅਗਰੇਰੀਅਨ ਇਕੋਨਮੀ ਆ, ਤੁਹਾਡੀ ਜਿਹੜੀ ਜ਼ਿਆਦਾ ਡਿਪੈਂਡੈਂਸ ਉਹ ਐਗਰੀਕਲਚਰ ਦੇ ਉੱਤੇ ਆ, ਪਰ ਬਾਰਿਸ਼ ਨਹੀਂ ਹੁੰਦੀ ਪਈ, ਰੇਨਫਾਲ ਨਹੀਂ ਹੁੰਦੀ ਪਈ, ਅਤੇ ਉਹਦੇ ਨਾਲ ਤੁਹਾਡੀ ਫੂਡ ਗ੍ਰੇਨਸ ਦੀ ਪ੍ਰੋਡਕਟੀਵਿਟੀ ਹੈ, ਜਿਹੜੀ ਤੁਹਾਡੀ ਐਗਰੀਕਲਚਰਲ ਪ੍ਰੋਡਕਟੀਵਿਟੀ, ਉਹਦੇ 'ਤੇ ਇਫੈਕਟ ਪਏਗਾ। ਅਤੇ 1765 to 1858 ਇਹ ਜਿਹੜਾ ਪੀਰੀਅਡ ਆ, ਇਸ ਪੀਰੀਅਡ ਦੇ ਵਿੱਚ 12 ਵਾਰ ਅਕਾਲ ਪਏ, 12 ਟਾਈਮਸ ਅਕਾਲ ਪਏ। ਉਸ ਤੋਂ ਬਾਅਦ 1858 ਤੋਂ 1908 ਦੇ ਵਿੱਚ ਵੀ ਅਕਾਲ ਪਏ, ਅਤੇ ਭਾਰਤ ਦੇ ਵਿੱਚ 1858 ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਸਾਡੀ ਕ੍ਰਾਂਤੀ ਦਾ ਪੀਰੀਅਡ 1857 ਸੀਗਾ, ਉਹ ਤੋਂ ਬਾਅਦ 1908 ਤੱਕ 20 ਵਾਰ ਅਕਾਲ ਪਏ। ਅਤੇ ਅੰਗਰੇਜ਼ਾਂ ਨੇ ਕਿਸਾਨਾਂ ਨੂੰ ਕਮਰਸ਼ੀਅਲ ਫਸਲਾਂ ਬੀਜਣ ਲਈ ਮਜਬੂਰ ਕੀਤਾ, ਔਰ ਕਮਰਸ਼ੀਅਲ ਫਸਲਾਂ ਬੀਜੀਆਂ, ਅਤੇ ਉਹਦੇ ਨਾਲ ਸਾਡੀ ਜਿਹੜੀ ਫੂਡ ਗ੍ਰੇਨਸ ਦੀ ਆ ਉਹ ਕਮੀ ਆ ਗਈ, ਅਤੇ ਫੂਡ ਗ੍ਰੇਨਸ ਦੀ ਕਮੀ ਦੇ ਨਾਲ ਨਜਿੱਠਣ ਦੇ ਲਈ ਇੰਡੀਆ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 1943 ਦੇ ਵਿੱਚ ਬੰਗਾਲ ਦੇ ਵਿੱਚ ਭਿਆਨਕ ਅਕਾਲ ਪਿਆ। ਉਹ ਅਕਾਲ ਤਾਂ ਇੰਨਾ ਜ਼ਿਆਦਾ ਭਿਆਨਕ ਅਕਾਲ ਸੀ ਕਿ ਉਹਦੇ ਵਿੱਚ ਮੋਰ ਦੈਨ 30 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਉਹਦੇ ਵਿੱਚ, ਔਰ ਬਥੇਰੇ ਅਕਾਲ ਪੈਣ ਦੇ ਕਾਰਨ ਸਾਰੇ ਜਿਹੜੇ ਉਹਦੇ ਵਿੱਚ ਮੁੱਖ ਸੀਗੇ ਉਹ ਸੀਗਾ ਮੋਰ ਡਿਪੈਂਡੈਂਸ ਔਨ ਰੇਨਫਾਲ, ਸਾਡੀ ਰੇਨਫਾਲ 'ਤੇ ਡਿਪੈਂਡੈਂਸ ਸੀ, ਰੇਨਫਾਲ ਨਹੀਂ ਹੋਈ, ਅਕਾਲ ਪੈ ਗਏ। ਉਸ ਤੋਂ ਬਾਅਦ ਐਕਸਪੋਰਟ ਆਫ ਫੂਡ ਗ੍ਰੇਨਸ, ਅਤੇ ਇਹ ਵੀ ਸੀਗਾ ਕਿ ਅੰਗਰੇਜ਼ ਜਿਹੜੇ ਸੀਗੇ ਉਹ ਫੂਡ ਗ੍ਰੇਨਸ ਨੂੰ ਐਕਸਪੋਰਟ ਕਰਦੇ ਸੀ, ਰॉ ਮਟੀਰੀਅਲ ਨੂੰ ਐਕਸਪੋਰਟ ਕਰਦੇ ਸੀ, ਅਤੇ ਬਹੁਤ ਘੱਟ ਕੀਮਤ ਦੇ ਉੱਤੇ ਵੇਚਣਾ ਪੈਂਦਾ ਸੀ, ਹਾਈ ਫੂਡ ਪ੍ਰਾਈਜ਼ਸ। ਅਤੇ ਜਦੋਂ ਭਾਰਤੀ ਘਰੇਲੂ ਅਰਥ ਵਿਵਸਥਾ ਵਿੱਚ ਖਾਦਾਨਾਂ ਦੀਆਂ ਕੀਮਤਾਂ ਬਹੁਤ ਵੱਧ ਸੀ, ਗਰੀਬ ਵਰਗ ਇੰਨਾ ਮਹਿੰਗੇ ਖਾਦਾਨ ਖਰੀਦ ਹੀ ਨਹੀਂ ਸਕਦਾ ਸੀ। ਉਸ ਤੋਂ ਬਾਅਦ ਖੇਤੀ ਦਾ ਜ਼ਬਰਦਸਤੀ ਵਿਵਸਾਈਕਰਨ, ਫੋਰਸ ਕਮਰਸ਼ੀਅਲਾਈਜੇਸ਼ਨ ਆਫ ਐਗਰੀਕਲਚਰ, ਜੂਟ, ਕਪਾਹ, ਕੌਫੀ, ਗੰਨਾ, ਇਹ ਚੀਜ਼ਾਂ ਬੀਜਣ ਦੇ ਲਈ, ਇਹਨਾਂ ਨੂੰ ਪ੍ਰੋਡਿਊਸ ਕਰਨ ਲਈ ਮਜਬੂਰ ਕੀਤਾ ਗਿਆ। ਉਸ ਤੋਂ ਬਾਅਦ ਐਗਰੀਕਲਚਰਲ ਸੈਕਟਰ ਦੇ ਵਿੱਚ ਅਨਪਲਾਈਮੈਂਟ ਬਹੁਤ ਆ ਗਈ, ਕਿਉਂਕਿ ਇੰਡਸਟਰੀ ਜਿਹੜੀ ਉਹ ਖਤਮ ਹੀ ਹੋ ਗਈ ਲਗਭਗ। ਇੰਡੀਪੈਂਡੈਂਸ ਦੇ ਟਾਈਮ ਜਿਹੜੀ ਹੈਗੀ ਵੀ ਸੀ ਉਹ ਪਾਕਿਸਤਾਨ 'ਚ ਰਹਿ ਗਈ ਬਹੁਤੀ, ਉਹਦੇ ਵਿੱਚੋਂ ਕਾਫੀ ਬਹੁਤੀ ਜਿਹੜੀ ਹੈਗੀ ਇੰਡਸਟਰੀ ਸੀ ਉਹਦੇ ਵਿੱਚੋਂ ਬਹੁਤੀ ਪਾਕਿਸਤਾਨ 'ਚ ਰਹਿ ਗਈ। ਸਾਡੇ ਜਿਹੜੇ ਕਾਰੀਗਰ ਸੀ, ਸਾਡੇ ਜਿਹੜੇ ਹਸਤ ਸ਼ਿਲਪਕਾਰ ਸੀ, ਸਾਡੇ ਜਿਹੜੇ ਬੁਣਕਰ ਸੀ, ਉਹ ਸਾਰੇ ਬੇਰੁਜ਼ਗਾਰ ਹੋ ਗਏ, ਅਤੇ ਜਦੋਂ ਉਹ ਬੇਰੁਜ਼ਗਾਰ ਹੋਏ ਤਾਂ ਉਹ ਸਾਰੇ ਖੇਤੀ ਖੇਤਰ 'ਚ ਆ ਗਏ, ਅਤੇ ਉਹਦੇ ਨਾਲ ਐਗਰੀਕਲਚਰਲ ਸੈਕਟਰ ਦੇ ਵਿੱਚ ਅਨਪਲਾਈਮੈਂਟ ਬਹੁਤ ਵੱਧ ਗਈ। ਉਸ ਤੋਂ ਬਾਅਦ ਨੋ ਇਫੈਕਟਿਵ ਮੇਜਰਸ ਟੂ ਪ੍ਰੀਵੈਂਟ ਫੈਮਿਨੀਜ਼, ਅਤੇ ਉਸ ਸਮੇਂ ਇਹ ਵੀ ਕੀਤਾ ਗਿਆ ਕਿ ਜਿਹੜੇ ਅਕਾਲ ਪੈਂਦੇ ਪਏ ਸੀ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਕੋਈ ਵੀ ਇਫੈਕਟਿਵ ਮੇਜਰਸ ਆ ਜਿਹੜੇ ਉਹ ਨਹੀਂ ਲਏ ਗਏ, ਕੋਈ ਇੱਦਾਂ ਦੀਆਂ ਪੋਲਿਸੀਜ਼ ਨਹੀਂ ਆਈਆਂ ਉਸ ਸਮੇਂ ਕਿ ਇਹਨਾਂ ਜਦੋਂ ਇਹ ਅਕਾਲ ਪੈਣ ਅਤੇ ਇਹਨਾਂ ਦੇ ਜਿਹੜੇ ਨੈਗੇਟਿਵ ਇੰਪੈਕਟ ਆ ਉਹਦੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ, ਜਾਂ ਜਿਹੜੇ ਵਾਰ-ਵਾਰ ਅਕਾਲ ਪੈਂਦੇ ਆ ਉਹਨਾਂ ਨੂੰ ਰੋਕਣ ਦੇ ਲਈ ਕੋਈ ਇੱਕ ਨੀਤੀ ਆ ਸਕੇ, ਉਹ ਵੀ ਉਸ ਵੇਲੇ ਨਹੀਂ ਆਈ।
ਇਹ ਸੀ ਨੇਚਰ ਇੰਡੀਅਨ ਇਕੋਨਮੀ ਦੀ ਜਦੋਂ ਇੰਡੀਆ ਆਜ਼ਾਦ ਹੋਇਆ। ਇਹ ਸੀ ਨੇਚਰ ਇੰਡੀਅਨ ਇਕੋਨਮੀ ਦੀ ਔਨ ਦੀ ਈਵ ਆਫ ਇੰਡੀਪੈਂਡੈਂਸ। ਹੁਣ ਇੰਡੀਅਨ ਇਕੋਨਮੀ ਦਾ ਜਦੋਂ ਆਜ਼ਾਦ ਹੋਇਆ ਉਸ ਵੇਲੇ ਉਹਦਾ ਸਟਰਕਚਰ ਕੀ ਸੀ ਅਤੇ ਉਹਦੇ ਮੇਨ ਫੀਚਰਸ ਕੀ ਸੀ, ਇਹ ਜਿਹੜਾ ਇਹਦਾ ਰਿਮੇਨਿੰਗ ਪਾਰਟ ਹੈ ਇਸ ਟੋਪਿਕ ਦਾ, ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।